Good morning students. Welcome to Punjabi class of plus 2. Students, ਅੱਜ ਦੀ ਇਸ ਵੀਡੀਓ ਦਾ ਵਿਸ਼ਾ ਹੈ ਕਵਿਤਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ। ਇਹ ਕਵਿਤਾ ISC ਬੋਰਡ ਦੁਆਰਾ ਪ੍ਰਵਾਨਿਤ ਪੁਸਤਕ ਕਾਵ ਕਿਆਰੀ ਦੇ ਸਫਾ ਨੰਬਰ 38 ਉੱਪਰ ਦਰਜ ਹੈ, ਜੋ ਕਿ ਪੰਜਾਬੀ ਸਾਹਿਤ ਦੇ ਸਿਰਕੱਢ ਕਵੀ ਸੁਰਜੀਤ ਪਾਤਰ ਜੀ ਦੇ ਕਲਮ ਦੀ ਸ਼ਾਹਕਾਰ ਰਚਨਾ ਹੈ। ਸਟੂਡੈਂਟਸ, ਇਸ ਵੀਡੀਓ ਵਿੱਚ ਅੱਜ ਅਸੀਂ ਇਸ ਕਵਿਤਾ ਦੇ ਵਿਸ਼ੇ, ਔਖੇ ਸ਼ਬਦਾਂ ਦੇ ਅਰਥ ਅਤੇ ਵਿਆਖਿਆ ਨੂੰ ਵਿਸਥਾਰ ਸਹਿਤ ਕਰਾਂਗੇ। ਪਰ ਸਭ ਤੋਂ ਪਹਿਲਾਂ ਅਸੀਂ ਇਸ ਕਵਿਤਾ ਦੇ ਸੰਖੇਪ ਸਾਰ ਦੇ ਉੱਪਰ ਚਰਚਾ ਕਰਾਂਗੇ। ਸਟੂਡੈਂਟਸ, ਸੁਰਜੀਤ ਪਾਤਰ ਦੀ ਇਸ ਕਵਿਤਾ ਵਿੱਚ ਕਵੀ ਨੇ ਪਿਛਲੇ ਕੁਝ ਕੁ ਵਰ੍ਹਿਆਂ ਦੌਰਾਨ ਸਾਡੇ ਆਲੇ ਦੁਆਲੇ ਵਿੱਚ ਫੈਲੀ ਫਿਰਕੂ ਨਫ਼ਰਤ ਅਤੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਪ੍ਰਤੀ ਖਬਰਦਾਰ ਤੇ ਸੁਚੇਤ ਕੀਤਾ ਹੈ। ਕਵੀ ਇਸ ਕਵਿਤਾ ਦੇ ਆਰੰਭ ਵਿੱਚ 1947 ਦੇ ਜ਼ਖਮਾਂ ਨੂੰ ਯਾਦ ਕਰਦਾ ਹੋਇਆ ਲਿਖਦਾ ਹੈ ਕਿ 1947 ਵਿੱਚ ਫਿਰਕੇ ਅਤੇ ਧਰਮ ਦੇ ਨਾਂ ਤੇ ਹੋਈ ਵੰਡ ਤੇ ਚੋਬ ਕਰਦਿਆਂ ਲਿਖਦਾ ਹੈ ਕਿ ਉਸ ਸਮੇਂ ਫਿਰਕੂ ਨਫ਼ਰਤ ਦੇ ਅਧੀਨ ਕੇਵਲ ਧਰਤੀ ਹੀ ਨਹੀਂ ਵੰਡੀ ਗਈ, ਬਲਕਿ ਪੰਜਾਬੀ ਭਾਸ਼ਾ ਵਿੱਚ ਲਿਖਣ ਵਾਲੇ ਕਿੱਸਾਕਾਰ ਵਾਰਿਸ ਸ਼ਾਹ ਨੂੰ ਵੀ ਇੱਕ ਫਿਰਕੇ ਨਾਲ ਜੋੜ ਕੇ ਵੰਡ ਦਿੱਤਾ ਗਿਆ ਸੀ। ਭਾਵ ਕਿ ਵੰਡ ਵੇਲੇ ਪੰਜਾਬੀ ਸਾਹਿਤਕਾਰ ਵੀ ਧਰਮ ਦੇ ਨਾਂ ਤੇ ਨਿਖੇੜ ਦਿੱਤੇ ਗਏ ਸਨ। 1947 ਦੀ ਇਸ ਦੁਖਾਂਤਕ ਵੰਡ ਤੋਂ ਬਾਅਦ ਵੀ ਇਹਨਾਂ ਫਿਰਕੂ ਭਾਵਨਾਵਾਂ ਦਾ ਸਾਡੇ ਆਲੇ ਦੁਆਲੇ ਵਿੱਚੋਂ ਅੰਤ ਨਹੀਂ ਹੋਇਆ ਹੈ। ਇਸ ਲਈ ਹੁਣ ਵਾਰਿਸ ਸ਼ਾਹ ਤੋਂ ਬਾਅਦ ਫਿਰਕੇ ਦੇ ਆਧਾਰ ਤੇ ਸ਼ਿਵ ਕੁਮਾਰ ਨੂੰ ਵੰਡਣ ਦੀ ਤਿਆਰੀ ਹੈ। ਸੋ ਲੇਖਕ ਨੂੰ ਇੰਝ ਲੱਗਦਾ ਹੈ ਕਿ ਹੁਣ ਵਾਰਿਸ ਸ਼ਾਹ ਤੋਂ ਬਾਅਦ ਧਰਮ ਜਾਂ ਫਿਰਕੇ ਦੇ ਆਧਾਰ ਤੇ ਸ਼ਿਵ ਕੁਮਾਰ ਵਰਗੇ ਕਵੀ ਨੂੰ ਵੀ ਪੰਜਾਬੀ ਸਾਹਿਤ ਤੋਂ ਨਿਖੇੜ ਦਿੱਤਾ ਜਾਵੇਗਾ। 1947 ਦੀ ਵੰਡ ਵੇਲੇ ਸਮੁੱਚੇ ਪੰਜਾਬੀਆਂ ਨੇ ਫਿਰਕੂ ਨਫ਼ਰਤ ਕਾਰਨ ਜੋ ਦੁੱਖ ਸਹੇ ਸਨ, ਹੁਣ ਲੱਗਦਾ ਹੈ ਕਿ ਉਹ ਬੀਤੇ ਵੇਲੇ ਦੇ ਫੱਟ ਉਹਨਾਂ ਨੂੰ ਵਿਸਰ ਗਏ ਹਨ ਤੇ ਇਸੇ ਲਈ ਉਹ ਹੁਣ ਮੁੜ ਫਿਰਕੇ ਤੇ ਧਰਮ ਦੇ ਨਾਂ ਤੇ ਵੰਡੀਆਂ ਪਾ ਕੇ ਨਵੇਂ ਫੱਟ ਸਹੇੜਨ ਦੀ ਤਿਆਰੀ ਕਰ ਰਹੇ ਹਨ। ਕਵੀ ਫਿਰਕੇ ਤੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਤਾੜਨਾ ਕਰਦਾ ਹੈ ਤੇ ਮਨੁੱਖਤਾ ਦੀ ਗੱਲ ਛੇੜਦਿਆਂ ਬਿਆਨ ਕਰਦਾ ਹੈ ਕਿ ਬੇਸ਼ੱਕ ਉਹਨਾਂ ਨੇ ਧਰਮ ਦੇ ਨਾਂ ਤੇ ਪਾੜ ਪਾ ਕੇ ਪੰਜਾਬੀ ਸਾਹਿਤਕਾਰਾਂ ਤੇ ਮਹਾਪੁਰਸ਼ਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਪਰ ਸਾਨੂੰ ਮਹਾਨ ਸੂਫੀ ਸੰਤ ਸ਼ੇਖ ਫਰੀਦ ਅਤੇ ਉਹਨਾਂ ਦੀ ਰੱਬੀ ਪ੍ਰੇਮ ਵਿੱਚ ਗੁੱਝੀ ਅਤੇ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਵਾਲੀ ਬਾਣੀ ਤੋਂ ਕੋਈ ਨਹੀਂ ਨਿਖੇੜ ਸਕਦਾ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਇੰਨੀ ਮਿਠਾਸ ਅਤੇ ਰਸ ਹੈ ਕਿ ਇਸ ਦੇ ਸਾਹਮਣੇ ਸਾਨੂੰ ਅੰਮ੍ਰਿਤ ਦੀ ਮਿਠਾਸ ਵੀ ਫਿੱਕੀ ਪ੍ਰਤੀਤ ਹੁੰਦੀ ਹੈ। ਇਸੇ ਤਰ੍ਹਾਂ ਸੰਤ ਕਬੀਰ ਜੀ ਦੇ ਦੋਹਿਆਂ ਤੋਂ ਬਿਨਾਂ ਸਾਨੂੰ ਪੰਜਾਬੀ ਸਾਹਿਤ ਬਹੁਤ ਛੋਟਾ ਤੇ ਊਣਾ ਲੱਗਦਾ ਹੈ, ਕਿਉਂਕਿ ਉਹਨਾਂ ਦੇ ਰਚੇ ਦੋਹਿਆਂ ਵਿਚਲੀ ਵਿਚਾਰਧਾਰਾ ਦਾ ਕੋਈ ਸਾਨੀ ਨਹੀਂ ਹੋ ਸਕਦਾ ਹੈ। ਇਸੇ ਤਰ੍ਹਾਂ ਜੋ ਵੀ ਕਵੀ, ਸਾਹਿਤਕਾਰ ਜਾਂ ਮਹਾਪੁਰਸ਼ ਸਮਾਜ ਵਿੱਚ ਪਸਰੀ ਫਿਰਕੂ ਸੋਚ ਦੇ ਹਨੇਰੇ ਨੂੰ ਮਿਟਾਉਣ ਲਈ ਆਪਣੀ ਕਲਮ ਅਤੇ ਵਿਚਾਰਾਂ ਦੇ ਜ਼ਰੀਏ ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀ ਜੋਤ ਵਾਂਗ ਜਗਦਾ ਹੈ ਤੇ ਗਿਆਨ ਦਾ ਚਾਨਣ ਫੈਲਾਉਂਦਾ ਹੈ, ਉਹ ਸਾਰੀ ਮਨੁੱਖਤਾ ਦਾ ਸਾਂਝਾ ਹੈ। ਉਸ ਨੂੰ ਕਿਸੇ ਵੀ ਫਿਰਕੇ ਨਾਲ ਜੋੜ ਕੇ ਵੰਡਿਆ ਨਹੀਂ ਜਾ ਸਕਦਾ। ਇਸ ਲਈ ਸਾਨੂੰ ਹਰ ਧਰਮ ਅਤੇ ਉਸ ਨਾਲ ਸੰਬੰਧਿਤ ਮਹਾਪੁਰਸ਼ ਰੂਪੀ ਜੋਤ ਇੱਕੋ ਜਿਹੀ ਪਿਆਰੀ ਹੈ, ਕਿਉਂਕਿ ਇਹ ਸਭ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ।
ਇਸ ਤੋਂ ਬਾਅਦ ਕਵੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਚਾਨਣਾ ਪਾਉਂਦਿਆਂ ਲਿਖਦਾ ਹੈ ਕਿ ਉਹਨਾਂ ਨੇ ਆਪਣੀ ਬਾਣੀ ਰਾਹੀਂ ਇੱਕ ਈਸ਼ਵਰ ਅਤੇ ਧਾਰਮਿਕ ਏਕਤਾ ਦਾ ਸੁਨੇਹਾ ਦਿੱਤਾ ਤੇ ਸਪਸ਼ਟ ਕੀਤਾ ਕਿ ਇਹ ਸਾਰੀ ਕੁਦਰਤ ਉਸ ਨਿਰਾਕਾਰ ਪਰਮਾਤਮਾ ਦੀ ਲਗਾਤਾਰ ਉਸਤਤ ਭਾਵ ਆਰਾਧਨਾ ਕਰ ਰਹੀ ਹੈ। ਇਹ ਅਸਮਾਨ ਉਸ ਅਕਾਲ ਪੁਰਖ ਦੀ ਆਰਤੀ ਲਈ ਇੱਕ ਥਾਲ ਵਾਂਗ ਹੈ, ਜਿਸ ਵਿੱਚ ਚਮਕਣ ਵਾਲੇ ਸੂਰਜ ਅਤੇ ਚੰਦਰਮਾ ਦੀਵਿਆਂ ਦੇ ਸਮਾਨ ਹਨ ਅਤੇ ਤਾਰੇ ਪੂਜਾ ਲਈ ਰੱਖੇ ਮੋਤੀਆਂ ਦੇ ਵਾਂਗ ਹਨ। ਇਸੇ ਤਰ੍ਹਾਂ ਹਰ ਘੜੀ ਚਲਦੀ ਪਵਨ ਉਸ ਨਿਰੰਕਾਰ ਨੂੰ ਚਵਰ ਭਾਵ ਪੱਖਾ ਚਲਾਉਂਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਰਬ ਸਾਂਝੀ ਹੈ, ਪਰ ਫਿਰਕੂ ਸੋਚ ਤਹਿਤ ਉਹਨਾਂ ਦੀ ਬਾਣੀ ਨੂੰ ਵੀ ਇੱਕ ਫਿਰਕੇ ਨਾਲ ਜੋੜ ਕੇ ਇਸ ਵਿੱਚ ਫਿਰਕੂ ਵਿਚਾਰਾਂ ਦੀ ਲੀਕ ਖਿੱਚ ਕੇ ਇਸ ਨੂੰ ਵੰਡ ਦਿੱਤਾ ਗਿਆ ਹੈ। ਕਵੀ ਮਾਂ ਬੋਲੀ ਪੰਜਾਬੀ ਨੂੰ ਵੀ ਕਿਸੇ ਇੱਕ ਫਿਰਕੇ ਜਾਂ ਧਰਮ ਨਾਲ ਜੋੜ ਕੇ ਇਸ ਤੋਂ ਮੂੰਹ ਮੋੜਨ ਵਾਲੇ ਇਸ ਦੇ ਪੁੱਤਰਾਂ ਨੂੰ ਨਸੀਹਤ ਦਿੰਦਾ ਤੇ ਸਮਝਾਉਂਦਾ ਹੋਇਆ ਲਿਖਦਾ ਹੈ ਕਿ ਜੋ ਲੋਕ ਫਿਰਕੂ ਵਿਚਾਰਾਂ ਦੇ ਅਧੀਨ ਪੰਜਾਬੀ ਮਾਂ ਬੋਲੀ ਨੂੰ ਅਪਣਾਉਣ ਤੋਂ ਇਨਕਾਰੀ ਹਨ ਤੇ ਇਸ ਨੂੰ ਕਿਸੇ ਇੱਕ ਫਿਰਕੇ ਦੀ ਬੋਲੀ ਕਰਾਰ ਦੇ ਕੇ ਇਸ ਤੋਂ ਪਾਸਾ ਵੱਟ ਰਹੇ ਹਨ, ਉਹ ਆਪਣੀ ਮਾਂ ਬੋਲੀ ਵਿਚਲੀ ਮਿਠਾਸ ਅਤੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਨ। ਤੇ ਇਸ ਤਰ੍ਹਾਂ ਮਾਂ ਬੋਲੀ ਤੋਂ ਮੁਨਕਰ ਮਨੁੱਖ ਜਦੋਂ ਪਰਾਈਆਂ ਬੋਲੀਆਂ ਦਾ ਗੁਲਾਮ ਬਣ ਕੇ ਆਪਣੀ ਪਛਾਣ ਗਵਾ ਕੇ ਜੋ ਦੁੱਖਾਂ ਤਕਲੀਫਾਂ ਤੇ ਬੇਕਦਰੀ ਰੂਪੀ ਧੁੱਪ ਸਹਿੰਦਾ ਹੈ, ਉਸ ਨੂੰ ਸਹਿ ਕੇ ਤੇ ਠੋਕਰ ਖਾ ਕੇ ਇੱਕ ਨਾ ਇੱਕ ਦਿਨ ਆਪਣੀ ਮਾਂ ਬੋਲੀ ਆਪਣੀ ਮਾਤ ਭਾਸ਼ਾ ਦੀ ਕਦਰ ਸਮਝ ਆ ਹੀ ਜਾਂਦੀ ਹੈ ਤੇ ਉਸ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਮਾਂ ਬੋਲੀ ਕਿਸੇ ਇੱਕ ਫਿਰਕੇ ਨਾਲ ਬੱਝੀ ਨਹੀਂ ਹੁੰਦੀ। ਇਸ ਤਰ੍ਹਾਂ ਫਿਰਕੇ ਦੇ ਆਧਾਰ ਤੇ ਮਾਂ ਬੋਲੀ ਨੂੰ ਨਕਾਰਨ ਵਾਲਾ ਅਖੀਰ ਪਛਤਾਉਂਦਾ ਹੈ ਤੇ ਉਸ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਸ ਦੀ ਮਾਂ ਬੋਲੀ ਰੂਪੀ ਠੰਡੜੀ ਮਾਂ ਉਸ ਨੂੰ ਜਾਂ ਠੰਡੜੀ ਛਾਂ ਉਸ ਨੂੰ ਪੁਕਾਰ ਰਹੀ ਹੋਵੇ। ਇਸ ਤੋਂ ਬਾਅਦ ਕਵਿਤਾ ਦੇ ਦੂਸਰੇ ਪੜਾਅ ਵਿੱਚ ਕਵੀ ਸੰਘਰਸ਼ ਦੇ ਰਾਹ ਪਏ ਲੋਕਾਂ ਨੂੰ ਜੋ ਕਿ ਫਿਰਕੇ ਜਾਂ ਧਰਮ ਦੇ ਆਧਾਰ ਤੇ ਸੰਘਰਸ਼ ਕਰ ਰਹੇ ਹਨ, ਉਹਨਾਂ ਨੂੰ ਸੰਬੋਧਿਤ ਕਰਦਿਆਂ ਲਿਖਦਾ ਹੈ ਕਿ ਉਹ ਉਹਨਾਂ ਨੂੰ ਇਹ ਨਹੀਂ ਆਖਦਾ ਕਿ ਉਹ ਆਪਣੇ ਲਈ ਨਿਆਂ ਜਾਂ ਇਨਸਾਫ ਦੀ ਮੰਗ ਨਾ ਕਰਨ। ਉਹ ਉਹਨਾਂ ਨੂੰ ਇਸ ਗੱਲ ਤੋਂ ਵੀ ਨਹੀਂ ਰੋਕਦਾ ਕਿ ਉਹ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਜੋ ਲੜਾਈ ਲੜਨ ਦੀ ਲੋੜ ਹੈ ਉਹ ਨਾ ਲੜਨ। ਉਹ ਤਾਂ ਕੇਵਲ ਇਹ ਸਮਝਾਉਣਾ ਚਾਹੁੰਦਾ ਹੈ ਕਿ ਜੰਗ ਛੇੜਨ ਤੋਂ ਪਹਿਲਾਂ ਦੁਸ਼ਮਣ ਦੀ ਪਛਾਣ ਤਾਂ ਕਰ ਲਈ ਜਾਵੇ, ਤਾਂ ਜੋ ਕਿਤੇ ਇਹ ਨਾ ਹੋਵੇ ਕਿ ਹੱਕਾਂ ਦੀ ਪ੍ਰਾਪਤੀ ਦੇ ਨਾਂ ਤੇ ਭੁਲੇਖੇ ਵਿੱਚ ਛੇੜੀ ਜੰਗ ਵਿੱਚ ਆਪਣੇ ਹੀ ਭਾਈਚਾਰੇ ਦੇ ਲੋਕਾਂ ਦੀ ਬਲੀ ਚੜ ਜਾਵੇ ਤੇ ਇਸ ਤਰ੍ਹਾਂ ਆਪਣਾ ਹੀ ਨੁਕਸਾਨ ਹੋ ਜਾਵੇ। ਇਸ ਤਰ੍ਹਾਂ ਕਵੀ ਧਰਮ ਜਾਂ ਫਿਰਕੇ ਦੇ ਆਧਾਰ ਤੇ ਹੱਕ ਜਾਂ ਇਨਸਾਫ ਮੰਗਣ ਲਈ ਸੰਘਰਸ਼ ਦੇ ਰਾਹ ਪਏ ਮਨੁੱਖ ਨੂੰ ਸਮਝਾਉਂਦਾ ਹੈ ਕਿ ਉਸ ਨੂੰ ਫਿਰਕੂ ਭਾਵਨਾਵਾਂ ਫੈਲਾ ਕੇ ਕੁਰਬਾਨੀਆਂ ਤੋਂ ਬਾਅਦ ਮਿਲੀ ਆਜ਼ਾਦੀ ਰੂਪੀ ਖੰਭਾਂ ਦੀ ਤੋਹੀਨ ਜਾਂ ਬੇਕਦਰੀ ਅਪਮਾਨ ਨਹੀਂ ਕਰਨਾ ਚਾਹੀਦਾ, ਕਿਉਂਕਿ ਧਰਮ ਜਾਂ ਫਿਰਕੇ ਦੇ ਹਿੱਤਾਂ ਲਈ ਲੜੀ ਜਾਂਦੀ ਲੜਾਈ ਬਹੁਤ ਛੋਟੀ ਲੜਾਈ ਹੈ। ਇਸ ਤੋਂ ਬਾਅਦ ਕਵੀ ਫਿਰਕੂ ਸੰਘਰਸ਼ ਦੇ ਰਾਹ ਪਏ ਮਨੁੱਖ ਨੂੰ ਇਹ ਦਰਸਾਉਂਦਾ ਹੈ ਕਿ ਅਜੇ ਤਾਂ ਅਸੀਂ ਸਮਾਜਿਕ ਬੁਰਾਈਆਂ ਦੇ ਵਿਰੁੱਧ ਲੜਨਾ ਹੈ, ਸਮਾਜ ਵਿੱਚ ਫੈਲੇ ਰੋਗਾਂ, ਦੁੱਖਾਂ, ਗਰੀਬੀ ਅਤੇ ਇਹਨਾਂ ਤੋਂ ਉਪਜੀ ਭੁੱਖ ਨੰਗ ਦੇ ਵਿਰੁੱਧ ਲੜਾਈ ਲੜਨੀ ਹੈ ਤੇ ਇਹ ਲੜਾਈ ਖੁਦਗਰਜ਼ੀ ਤੋਂ ਉੱਪਰ ਉੱਠ ਕੇ ਸਮੁੱਚੀ ਮਾਨਵਤਾ ਦੇ ਹਿੱਤ ਵਿੱਚ ਹੈ। ਇਸ ਲਈ ਇਹ ਲੜਾਈ ਬਹੁਤ ਵੱਡੀ ਲੜਾਈ ਹੈ। ਇਸ ਤੋਂ ਇਲਾਵਾ ਅਜੇ ਬਹੁਤ ਵੱਡੀ ਲੜਾਈ ਫਿਰਕੂ ਅਨਸਰਾਂ ਰੂਪੀ ਰੁੱਖਾਂ ਦੇ ਖਿਲਾਫ ਲੜਨੀ ਹੈ ਜੋ ਫਿਰਕੂ ਹਿੱਤਾਂ, ਹੱਕਾਂ ਅਤੇ ਇਨਸਾਫ ਰੂਪੀ ਛਾਂ ਦੇ ਲਾਲਚ ਤਹਿਤ
ਮਨੁੱਖਤਾ ਨੂੰ ਬਰਬਾਦ ਕਰਦੇ ਹਨ। ਕਵੀ ਸੰਘਰਸ਼ ਦੇ ਰਾਹ ਪੈ ਮਨੁੱਖ ਨੂੰ ਸੰਬੋਧਿਤ ਕਰਦਾ ਲਿਖਦਾ ਹੈ ਕਿ ਉਹ ਉਸ ਦੀ ਤਲਵਾਰ ਦੀ ਧਾਰ ਤੋਂ ਬਲਿਹਾਰੀ ਜਾਂਦਾ ਹੈ, ਕਿਉਂਕਿ ਲੋੜ ਵੇਲੇ ਉਹ ਤਲਵਾਰ ਦੀ ਵਰਤੋਂ ਤੋਂ ਇਨਕਾਰੀ ਨਹੀਂ ਹੈ। ਉਹ ਜਾਣਦਾ ਹੈ ਕਿ ਤਲਵਾਰ ਜ਼ਬਰ, ਜ਼ੁਲਮ ਅਤੇ ਅਨਿਆਂ ਤੇ ਠੱਲ ਪਾਉਣ ਲਈ ਤੇ ਇਨਸਾਫ ਪ੍ਰਾਪਤ ਕਰਨ ਲਈ ਇੱਕ ਸ਼ਕਤੀਸ਼ਾਲੀ ਸਾਧਨ ਬਣਨ ਦੀ ਸਮਰੱਥਾ ਰੱਖਦੀ ਹੈ। ਕਵੀ ਸੰਘਰਸ਼ ਦੇ ਰਾਹ ਪੈ ਮਨੁੱਖ ਨੂੰ ਤਾਕੀਦ ਕਰਦਾ ਹੈ ਕਿ ਉਹ ਇਨਸਾਫ ਪ੍ਰਾਪਤ ਕਰਨ ਲਈ ਆਪਣੀ ਤਲਵਾਰ ਨੂੰ ਸੰਭਾਲ ਕੇ ਅਤੇ ਚਮਕਾ ਕੇ ਰੱਖੇ ਤੇ ਇਸ ਦੀ ਧਾਰ ਨੂੰ ਤਿੱਖਾ ਕਰਕੇ ਰੱਖੇ, ਤਾਂ ਜੋ ਲੋੜ ਪੈਣ ਤੇ ਉਹ ਆਪਣੀ ਤਲਵਾਰ ਨੂੰ ਅੱਗ ਦੀ ਲਾਟ ਬਣਾ ਸਕੇ। ਭਾਵ ਕਿ ਇਹ ਤਲਵਾਰ ਰੂਪੀ ਅੱਗ ਦੀ ਲਾਟ ਦੀ ਮਦਦ ਨਾਲ ਉਹ ਜ਼ੁਲਮਾਂ ਰੂਪੀ ਹਨੇਰੇ ਨੂੰ ਦੂਰ ਕਰਕੇ ਇਨਸਾਫ ਰੂਪੀ ਚਾਨਣ ਫੈਲਾ ਸਕੇ। ਕਵੀ ਤਲਵਾਰ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਲਿਖਦਾ ਹੈ ਕਿ ਕਈ ਵਾਰ ਅਜਿਹਾ ਵਕਤ, ਅਜਿਹਾ ਸਮਾਂ ਵੀ ਆਉਂਦਾ ਹੈ ਕਿ ਤਲਵਾਰ ਇੱਕ ਕਲਮ ਦੇ ਧਨੀ ਲਿਖਾਰੀ ਵਾਂਗ ਸਮੇਂ ਦਾ ਇਤਿਹਾਸ ਲਿਖਦੀ ਹੈ। ਭਾਵ ਤਲਵਾਰ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਜ਼ਬਰ ਜ਼ੁਲਮ ਦਾ ਖਾਤਮਾ ਕਰਕੇ ਸਮਾਜ ਵਿੱਚ ਤਬਦੀਲੀ ਤੇ ਪਰਿਵਰਤਨ ਲੈ ਕੇ ਆਉਂਦੀ ਹੈ। ਕਵੀ ਇਹ ਵੀ ਸਮਝਾਉਂਦਾ ਹੈ ਕਿ ਹੁਣ ਸਾਨੂੰ ਆਪਣੇ ਭੂਤਕਾਲ ਵਿੱਚ ਕੀਤੀਆਂ ਭੁੱਲਾਂ ਨੂੰ ਮੁੜ ਨਹੀਂ ਦੁਹਰਾਉਣਾ ਚਾਹੀਦਾ ਤੇ ਪਿਛੋਕੜ ਵੱਲ ਝਾਤੀ ਨਹੀਂ ਮਾਰਨੀ ਚਾਹੀਦੀ, ਬਲਕਿ ਵਰਤਮਾਨ ਦੇ ਹਾਲਾਤਾਂ ਨੂੰ ਸਮਝਦਿਆਂ ਭਵਿੱਖ ਬਾਰੇ ਵਿਉਂਤਬੰਦੀ ਕਰਨੀ ਚਾਹੀਦੀ ਹੈ ਤੇ ਭਵਿੱਖ ਬਾਰੇ, ਆਉਣ ਵਾਲੇ ਸਮੇਂ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲਾ ਸਮਾਂ ਵੀ ਕਈ ਸਮੱਸਿਆਵਾਂ, ਔਕੜਾਂ ਤੇ ਚੁਣੌਤੀਆਂ ਨਾਲ ਭਰਿਆ ਹੋਇਆ ਹੈ। ਇਸ ਲਈ ਇਹਨਾਂ ਭਵਿੱਖ ਦੀਆਂ ਚੁਣੌਤੀਆਂ ਤੇ ਠੱਲ ਪਾਉਣ ਲਈ ਸੰਘਰਸ਼ ਦੀ ਤਿਆਰੀ ਕਰਨੀ ਚਾਹੀਦੀ ਹੈ ਤੇ ਬੀਤੇ ਹੋਏ ਸੰਘਰਸ਼ਾਂ ਦੀ ਕਹਾਣੀ ਨੂੰ ਵਿਸਾਰ ਕੇ ਨਵੀਆਂ ਪੁਲਾਂਘਾਂ ਪੁੱਟਣੀਆਂ ਚਾਹੀਦੀਆਂ ਹਨ। ਸਮੁੱਚੇ ਤੌਰ ਤੇ ਕਵੀ ਫਿਰਕੂ ਨਫ਼ਰਤ ਨੂੰ ਤਿਲਾਂਜਲੀ ਦੇ ਕੇ ਮਨੁੱਖੀ ਸਾਂਝ ਦੇ ਰਾਹ ਪੈ ਕੇ ਸਮੁੱਚੀ ਮਨੁੱਖਤਾ ਦੇ ਰਾਹਾਂ ਨੂੰ ਸੁਖਾਲਾ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਹਾਂਜੀ ਸਟੂਡੈਂਟਸ, ਸੰਖੇਪ ਸਾਰ ਤੋਂ ਬਾਅਦ ਹੁਣ ਅਸੀਂ ਆਪਣੀ ਪੁਸਤਕ ਕਾਵ ਖਿਆਰੀ ਸਫਾ 38 ਉੱਪਰ ਖੋਲਾਂਗੇ, ਤਾਂ ਜੋ ਅਸੀਂ ਉਦੋਂ ਵਾਰਿਸ ਸ਼ਾਹ ਤੋਂ ਲੈ ਕੇ ਉਹ ਠੰਡੜੀ ਮਾਂ ਨੇ ਮਾਰੀ ਹੈ ਤੱਕ ਔਖੇ ਸ਼ਬਦਾਂ ਦੇ ਅਰਥ ਤੇ ਵਿਆਖਿਆ ਡਿਸਕਸ ਕਰ ਸਕੀਏ। ਹਾਂਜੀ, ਸਭ ਤੋਂ ਪਹਿਲਾਂ ਸਫਾ 38 ਕਵੀ ਸੁਰਜੀਤ ਪਾਤਰ ਤੇ ਕਵਿਤਾ ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ। ਉਦੋਂ ਤੋਂ ਭਾਵ 1947 ਦਾ ਸਮਾਂ ਵਾਰਿਸ ਸ਼ਾਹ ਪੰਜਾਬੀ ਦਾ ਕਿੱਸਾਕਾਰ, ਸ਼ਿਵ ਕੁਮਾਰ ਪੰਜਾਬੀ ਭਾਸ਼ਾ ਦਾ ਪ੍ਰਸਿੱਧ ਕਵੀ, ਜ਼ਖਮ, ਦੁੱਖ ਦਰਦ ਜਾਂ ਫੱਟ, ਸ਼ੇਖ ਫਰੀਦ ਮਹਾਨ ਸੂਫੀ ਸੰਤ, ਅਮਿਓ ਅੰਮ੍ਰਿਤ, ਦੋਮੇਲ, ਦੋਮੇਲ ਤੋਂ ਭਾਵ ਹੈ ਦੋ ਸਤਰਾਂ ਦੇ ਮੇਲ ਨਾਲ ਬਣੇ ਹੋਏ ਦੋਹੇ। ਹਾਂਜੀ, ਜਗਦਾ ਹੈ, ਗਿਆਨ ਦਾ ਚਾਨਣ ਫੈਲਾਉਂਦਾ ਹੈ, ਜੋਤ, ਜੋਤ ਤੋਂ ਭਾਵ ਧਰਮ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਮਹਾਪੁਰਸ਼ ਹੈ, ਚਿਰਾਗ ਭਾਵ ਦੀਵੇ, ਖਾਤਰ ਲਈ ਜਾਂ ਵਾਸਤੇ, ਪਵਨ, ਪਵਨ ਤੋਂ ਭਾਵ ਵਾਯੂ ਜਾਂ ਹਵਾ ਹੈ, ਚਵਰ ਤੋਂ ਭਾਵ ਚੌਰ ਸਾਹਿਬ ਹਵਾ ਚਲਾਉਣ ਵਾਲਾ ਪੱਖਾ ਹੈ, ਲੀਕ ਤੋਂ ਭਾਵ ਹੈ ਫੁੱਟ, ਵੰਡ ਜਾਂ ਪਾੜ, ਆਪਣੀ ਮਾਂ ਭਾਵ ਕੀ ਮਾਂ ਬੋਲੀ, ਥੋੜ ਜਾਵੇਗਾ ਵਾਂਝਾ ਰਹੇਗਾ, ਸ਼ਾਂ ਤੋਂ ਭਾਵ ਹੈ ਸੁੱਖ, ਬੇਗਾਨੀਆਂ ਪਰਾਈਆਂ, ਜਾਪੇਗਾ ਪ੍ਰਤੀਤ ਜਾਂ ਮਹਿਸੂਸ ਹੋਵੇਗਾ, ਵਾਜ ਭਾਵ ਕੀ ਪੁਕਾਰ ਜਾਂ ਬੁਲਾਉਣਾ। ਹਾਂਜੀ, ਡਿਫਿਕਲਟ ਵਰਡ ਮੀਨਿੰਗਸ ਤੋਂ ਬਾਅਦ ਹੁਣ ਅਸੀਂ ਸਫਾ 38 ਦੇ ਉੱਪਰ ਪਹਿਲੇ ਪੈਰੇ ਤੋਂ ਲੈ ਕੇ ਸਫਾ 39 ਉੱਪਰ ਉਸ ਨੂੰ ਜਾਪੇਗਾ ਆਵਾਜ਼ ਜਿਵੇਂ ਉਹਦੀ ਠੰਡੜੀ ਮਾਂ ਨੇ ਮਾਰੀ ਏ ਤੱਕ ਕਵਿਤਾ ਨੂੰ ਰੀਡ ਕਰਾਂਗੇ ਤੇ ਫਿਰ ਪੈਰਾ ਵਾਈਜ਼ ਇਸ ਦੀ ਵਿਸਥਾਰ ਸਹਿਤ ਵਿਆਖਿਆ ਕਰਾਂਗੇ। ਹਾਂਜੀ, ਫਸਟ ਪੈਰਾ ਹੈ,
ਉਦੋਂ ਵਾਰਿਸ ਸ਼ਾਹ ਨੂੰ ਵੰਡਿਆ ਸੀ। ਹੁਣ ਸ਼ਿਵ ਕੁਮਾਰ ਦੀ ਵਾਰੀ ਏ। ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵਿਆਂ ਦੀ ਜੋ ਫੇਰ ਤਿਆਰੀ ਹੈ। ਇਹਨਾਂ ਕਾਵ ਸਤਰਾਂ ਵਿੱਚ ਕਵੀ 1947 ਵਿੱਚ ਫਿਰਕੇ ਅਤੇ ਧਰਮ ਦੇ ਨਾਂ ਤੇ ਹੋਈ ਵੰਡ ਤੇ ਚੋਬ ਕਰਦਿਆਂ ਲਿਖਦਾ ਹੈ ਕਿ 1947 ਦੇ ਸਮੇਂ ਫਿਰਕੂ ਨਫ਼ਰਤ ਦੇ ਅਧੀਨ ਕੇਵਲ ਧਰਤੀ ਦੀ ਹੀ ਦੋ ਹਿੱਸਿਆਂ ਵਿੱਚ ਵੰਡ ਨਹੀਂ ਕੀਤੀ ਗਈ ਸੀ, ਬਲਕਿ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਪੰਜਾਬੀ ਭਾਸ਼ਾ ਵਿੱਚ ਕਿੱਸਿਆਂ ਦੀ ਰਚਨਾ ਕਰਨ ਵਾਲੇ ਮਹਾਨ ਕਿੱਸਾਕਾਰ ਵਾਰਿਸ ਸ਼ਾਹ ਨੂੰ ਵੀ ਇੱਕ ਫਿਰਕੇ ਦੇ ਨਾਲ ਜੋੜ ਕੇ ਧਰਤੀ ਵਾਂਗ ਉਸ ਦੇ ਸਾਹਿਤ ਨੂੰ ਵੀ ਵੰਡਣ ਦੀ ਕੋਸ਼ਿਸ਼ ਕੀਤੀ ਗਈ, ਭਾਵ ਵਾਰਿਸ ਸ਼ਾਹ ਨੂੰ ਵੀ ਨਖੇੜ ਦਿੱਤਾ ਗਿਆ। ਹੁਣ ਸ਼ਿਵ ਕੁਮਾਰ ਦੀ ਵਾਰੀ ਹੈ, ਭਾਵ ਕਿ ਵੰਡ ਵੇਲੇ ਪੰਜਾਬੀ ਸਾਹਿਤਕਾਰ ਵੀ ਧਰਮ ਦੇ ਨਾਂ ਤੇ ਨਖੇੜ ਦਿੱਤੇ ਗਏ ਸਨ ਤੇ 1947 ਦੀ ਇਸ ਦੁਖਾਂਤਕ ਵੰਡ ਤੋਂ ਬਾਅਦ ਵੀ ਇਹਨਾਂ ਫਿਰਕੂ ਭਾਵਨਾਵਾਂ ਦਾ ਸਾਡੇ ਆਲੇ ਦੁਆਲੇ ਵਿੱਚੋਂ ਅੰਤ ਨਹੀਂ ਹੋਇਆ ਤੇ ਇਸ ਲਈ ਹੁਣ ਲੇਖਕ ਨੂੰ ਲੱਗਦਾ ਹੈ ਕਿ ਇਹਨਾਂ ਫਿਰਕੂ ਭਾਵਨਾਵਾਂ ਦੇ ਅਧੀਨ ਹੀ ਵਾਰਿਸ ਸ਼ਾਹ ਤੋਂ ਬਾਅਦ ਹੁਣ ਸ਼ਿਵ ਕੁਮਾਰ ਨੂੰ ਵੀ ਫਿਰਕੇ ਦੇ ਆਧਾਰ ਤੇ ਵੰਡ ਦਿੱਤਾ ਜਾਵੇਗਾ। ਉਹ ਜ਼ਖਮ ਪੁਰਾਣੇ ਭੁੱਲ ਵੀ ਗਏ, ਨਵਿਆਂ ਦੀ ਜੋ ਫੇਰ ਤਿਆਰੀ ਹੈ। ਕਵੀ ਮਹਿਸੂਸ ਕਰਦਾ ਹੈ ਕਿ 1947 ਦੇ ਵੰਡ ਵੇਲੇ ਸਮੁੱਚੇ ਪੰਜਾਬੀਆਂ ਨੇ ਫਿਰਕੂ ਨਫ਼ਰਤ ਕਾਰਨ ਜੋ ਸੰਤਾਪ ਹੰਢਾਇਆ ਸੀ, ਫਿਰਕੂ ਨਫ਼ਰਤ ਤੇ ਧਰਮ ਦੇ ਆਧਾਰ ਤੇ ਹੋਈ ਵੰਡ ਦੇ ਕਾਰਨ ਜੋ ਕਤਲੇਆਮ, ਜੋ ਕੱਟ-ਵੱਢ ਹੋਈ, ਉਸ ਦੇ ਜੋ ਜ਼ਖਮ ਉਹਨਾਂ ਨੇ ਸਹੇ ਸਨ, ਉਹ ਲੱਗਦਾ ਹੈ ਕਿ ਹੁਣ ਕਈ ਵਰ੍ਹਿਆਂ ਬਾਅਦ, ਸਮੇਂ ਦੇ ਬੀਤਣ ਤੋਂ ਬਾਅਦ ਇਹ ਪੁਰਾਣੇ ਫੱਟ ਉਹਨਾਂ ਨੂੰ ਵਿਸਰ ਗਏ ਹਨ ਤੇ ਇਸੇ ਲਈ ਉਹ ਹੁਣ ਮੁੜ ਫਿਰਕੇ ਤੇ ਧਰਮ ਦੇ ਆਧਾਰ ਤੇ ਵੰਡੀਆਂ ਪਾ ਕੇ ਨਵੇਂ ਫੱਟ ਸਹੇੜਨ ਦੀ ਤਿਆਰੀ ਕਰ ਰਹੇ ਹਨ। ਨਾਓ ਨੈਕਸਟ ਪੈਰਾ। ਸਾਨੂੰ ਤਾਂ ਸ਼ੇਖ ਫਰੀਦ ਬਿਨਾ ਅਮਿਉਂ ਵੀ ਫਿੱਕਾ ਲੱਗਦਾ ਏ, ਸਾਨੂੰ ਤਾਂ ਸੰਤ ਕਬੀਰ ਬਿਨਾ ਦੋ ਮੇਲ ਹੀ ਨਿੱਕਾ ਲੱਗਦਾ ਏ। ਇਹਨਾਂ ਸਤਰਾਂ ਵਿੱਚ ਕਵੀ ਫਿਰਕੇ ਤੇ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਤਾੜਨਾ ਕਰਦਾ ਹੈ ਤੇ ਮਨੁੱਖਤਾ ਦੀ ਗੱਲ ਛੇੜਦਿਆਂ ਬਿਆਨ ਕਰਦਾ ਹੈ ਕਿ ਬੇਸ਼ੱਕ ਉਹਨਾਂ ਨੇ ਧਰਮ ਦੇ ਨਾਂ ਤੇ ਪਾੜ ਪਾ ਕੇ ਪੰਜਾਬੀ ਸਾਹਿਤਕਾਰਾਂ, ਮਹਾਪੁਰਸ਼ਾਂ ਨੂੰ ਵੰਡਣ ਦੀ ਕੋਝੀ ਕੋਸ਼ਿਸ਼ ਕੀਤੀ ਹੈ, ਪਰ ਸਾਨੂੰ ਸ਼ੇਖ ਫਰੀਦ ਵਰਗਾ ਮਹਾਨ ਸੂਫੀ ਸੰਤ ਕਦੇ ਵੀ ਵਿਸਰ ਨਹੀਂ ਸਕਦਾ। ਉਹਨਾਂ ਨੂੰ ਸਾਨੂੰ ਮਹਾਨ ਸੂਫੀ ਸੰਤ ਸ਼ੇਖ ਫਰੀਦ ਅਤੇ ਉਹਨਾਂ ਦੀ ਰੱਬੀ ਪ੍ਰੇਮ ਵਿੱਚ ਗੁੱਝੀ ਅਤੇ ਸਾਂਝੀ ਵਾਲਤਾ ਦਾ ਸੁਨੇਹਾ ਦੇਣ ਵਾਲੀ ਬਾਣੀ ਤੋਂ ਕੋਈ ਵੀ ਨਿਖੇੜ ਨਹੀਂ ਸਕਦਾ, ਕਿਉਂਕਿ ਉਹਨਾਂ ਦੀ ਬਾਣੀ ਵਿੱਚ ਇੰਨੀ ਮਿਠਾਸ ਅਤੇ ਰਸਨਾ ਹੈ ਕਿ ਇਸ ਦੇ ਸਾਹਮਣੇ ਤਾਂ ਅਮਿਉਂ ਭਾਵ ਅੰਮ੍ਰਿਤ ਦੀ ਮਿਠਾਸ ਵੀ ਫਿੱਕੀ ਪ੍ਰਤੀਤ ਹੁੰਦੀ ਹੈ। ਤੇ ਇਸੇ ਤਰ੍ਹਾਂ ਸੰਤ ਕਬੀਰ ਜੋ ਇੱਕ ਮਹਾਨ ਮਹਾਪੁਰਸ਼ ਹੋਏ ਹਨ, ਉਹਨਾਂ ਦੇ ਦੋਹਿਆਂ ਤੋਂ ਬਿਨਾਂ ਪੰਜਾਬੀ ਸਾਹਿਤ ਬਹੁਤ ਹੀ ਨਿੱਕਾ ਭਾਵ ਕਿ ਛੋਟਾ ਪ੍ਰਤੀਤ ਹੁੰਦਾ ਹੈ, ਊਣਾ ਲੱਗਦਾ ਹੈ, ਕਿਉਂਕਿ ਉਹਨਾਂ ਦੇ ਰਚੇ ਦੋਹਿਆਂ ਵਿਚਲੀ ਵਿਚਾਰਧਾਰਾ ਦਾ ਕੋਈ ਵੀ ਹੋਰ ਸਾਨੀ ਹੋ ਹੀ ਨਹੀਂ ਸਕਦਾ ਹੈ। ਸੋ ਇਸ ਤਰ੍ਹਾਂ ਇਹਨਾਂ ਪੈਰਿਆਂ ਨੂੰ ਪੜ੍ਹਨ ਤੋਂ ਬਾਅਦ ਇਹੀ ਸਪਸ਼ਟ ਹੁੰਦਾ ਹੈ ਕਿ ਕਵੀ ਇਹੀ ਸੁਨੇਹਾ ਦਿੰਦਾ ਹੈ ਕਿ ਫਿਰਕੂ ਅਨਸਰ ਆਪਣੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਹਨਾਂ ਮਹਾਪੁਰਸ਼ਾਂ, ਕਿੱਸਾਕਾਰਾਂ ਤੇ ਸਾਹਿਤਕਾਰਾਂ ਨੂੰ ਫਿਰਕੇ ਜਾਂ ਧਰਮ ਦੇ ਆਧਾਰ ਤੇ ਨਿਖੇੜ ਨਹੀਂ ਸਕਦੇ ਹਨ। ਜੋ ਵੀ ਜਗਦਾ ਹੈ ਸਾਡਾ ਹੈ, ਸਾਨੂੰ ਹਰ ਇੱਕ ਜੋਤ ਪਿਆਰੀ ਹੈ। ਇਸ ਤਰ੍ਹਾਂ ਜੋ ਵੀ ਕਵੀ, ਜੋ ਵੀ ਤੋਂ ਭਾਵ ਇੱਥੇ ਹੈ ਕਿ ਜੋ ਵੀ ਮਹਾਪੁਰਸ਼, ਕਵੀ ਜਾਂ ਸਾਹਿਤਕਾਰ ਸਮਾਜ ਵਿੱਚ ਪਸਰੀ ਫਿਰਕੂ ਸੋਚ ਦੇ ਹਨੇਰੇ ਨੂੰ, ਅੰਧਕਾਰ ਨੂੰ ਮਿਟਾਉਣ ਲਈ ਆਪਣੀ ਕਲਮ ਅਤੇ ਵਿਚਾਰਾਂ ਦੇ ਜ਼ਰੀਏ ਭਾਈਚਾਰੇ ਅਤੇ ਮਨੁੱਖਤਾ ਦਾ ਸੰਦੇਸ਼ ਦੇਣ ਵਾਲੀ ਜੋਤ ਵਾਂਗ ਜਗਦਾ ਹੈ, ਭਾਵ ਗਿਆਨ ਦਾ, ਭਾਈਚਾਰੇ ਦਾ ਚਾਨਣ ਫੈਲਾਉਂਦਾ ਹੈ, ਉਹ ਸਾਰੀ ਮਨੁੱਖਤਾ ਦਾ ਸਾਂਝਾ ਹੈ। ਉਸ ਨੂੰ ਕਿਸੇ ਵੀ ਫਿਰਕੇ ਨਾਲ ਜੋੜ ਕੇ ਵੰਡਿਆ ਨਹੀਂ ਜਾ ਸਕਦਾ। ਇਸ ਲਈ ਸਾਨੂੰ ਹਰ ਧਰਮ
ਅਤੇ ਮਹਾਪੁਰਸ਼ ਰੂਪੀ ਜੋਤ ਪਿਆਰੀ ਹੈ, ਕਿਉਂਕਿ ਇਹ ਸਾਰੇ ਹੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਨ। ਨਾਓ ਨੈਕਸਟ ਪੈਰਾ। ਅਸਮਾਨ ਜਿਹਦੇ ਲਈ ਥਾਲ ਜਿਹਾ, ਸੂਰਜ ਤੇ ਚੰਦ ਚਿਰਾਗ ਧਰੇ, ਤਾਰੇ ਜਿਸ ਖਾਤਰ ਮੋਤੀ ਸਨ, ਤੇ ਪਵਨ ਚੰਵਰ ਦਿਨ ਰਾਤ ਕਰੇ, ਉਸ ਸ਼ਾਇਰ ਦੀ ਕਵਿਤਾ ਦੇ ਵਿੱਚ ਇਹ ਲੀਕ ਜਿਹੀ ਕਿਸਮਾਰੀ ਹੈ। ਸਟੂਡੈਂਟਸ, ਇਹਨਾਂ ਕਾਵ ਸਤਰਾਂ ਦੇ ਵਿੱਚ ਜਾਂ ਇਸ ਕਾਵ ਟੋਟੇ ਦੇ ਵਿੱਚ ਕਵੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ, ਉਹਨਾਂ ਦੇ ਸੁਨੇਹੇ ਨੂੰ ਬਿਆਨ ਕਰਦਿਆਂ ਹੋਇਆਂ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਇੱਕ ਈਸ਼ਵਰ ਅਤੇ ਧਾਰਮਿਕ ਏਕਤਾ ਦਾ ਸੁਨੇਹਾ ਦਿੱਤਾ ਤੇ ਸਪਸ਼ਟ ਕੀਤਾ ਕਿ ਇਹ ਸਾਰੀ ਕੁਦਰਤ ਉਸ ਨਿਰਾਕਾਰ ਪਰਮਾਤਮਾ ਦੀ ਲਗਾਤਾਰ ਉਸਤਤ ਭਾਵ ਆਰਾਧਨਾ ਕਰ ਰਹੀ ਹੈ। ਉਹਨਾਂ ਲਿਖਿਆ ਕਿ ਉਹਨਾਂ ਨੇ ਫਰਮਾਇਆ ਕਿ ਇਹ ਪੂਰਾ ਅਸਮਾਨ ਪਰਮਾਤਮਾ ਦੀ ਬੰਦਗੀ ਲਈ ਵਰਤੇ ਜਾ ਰਹੇ ਇੱਕ ਥਾਲ ਦੇ ਸਮਾਨ ਹੈ, ਤੇ ਇਸ ਅਸਮਾਨ ਵਿੱਚ ਚਮਕਣ ਵਾਲੇ ਸੂਰਜ ਅਤੇ ਚੰਦਰਮਾ ਦੀਵਿਆਂ ਦੇ ਸਮਾਨ ਹਨ, ਅਤੇ ਅਸਮਾਨ ਵਿੱਚ ਚਮਕਦੇ ਤਾਰੇ ਮੋਤੀਆਂ ਦੇ ਵਾਂਗ ਹਨ। ਤੇ ਇਸੇ ਤਰ੍ਹਾਂ ਹਰ ਘੜੀ ਲਗਾਤਾਰ ਚੱਲਦੀ ਹੋਈ ਪਵਨ ਭਾਵ ਹਵਾ ਉਸ ਨਿਰੰਕਾਰ ਨੂੰ ਚਵਰ ਭਾਵ ਪੱਖਾ ਚਲਾਉਂਦੀ ਹੋਈ ਪ੍ਰਤੀਤ ਹੁੰਦੀ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਰਬ ਸਾਂਝੀ ਹੈ, ਪਰ ਫਿਰਕੂ ਸੋਚ ਤਹਿਤ ਉਹਨਾਂ ਦੀ ਬਾਣੀ ਨੂੰ ਵੀ ਇੱਕ ਫਿਰਕੇ ਨਾਲ ਜੋੜ ਕੇ ਇਸ ਵਿੱਚ ਫਿਰਕੂ ਵਿਚਾਰਾਂ ਦੀ ਲੀਕ ਖਿੱਚ ਕੇ ਇਸ ਨੂੰ ਵੰਡ ਦਿੱਤਾ ਗਿਆ ਹੈ। ਭਾਵ ਕਿ ਫਿਰਕੇ ਦੇ ਆਧਾਰ ਤੇ ਗੁਰੂ ਨਾਨਕ ਸਾਹਿਬ ਦੀ ਸਰਬ ਸਾਂਝੀ ਵਾਲਤਾ ਦੀ ਸੰਦੇਸ਼ ਦੇਣ ਵਾਲੀ ਬਾਣੀ ਨੂੰ ਵੀ ਦੂਜੇ ਫਿਰਕਿਆਂ ਨਾਲੋਂ ਨਖੇੜ ਦਿੱਤਾ ਗਿਆ ਹੈ। ਜੋ ਆਪਣੀ ਮਾਂ ਨੂੰ ਮਾਂ ਨਾ ਕਹੇ, ਉਹ ਛਾਂ ਵੱਲੋਂ ਥੁੜ ਜਾਵੇਗਾ, ਧੁੱਪਾਂ ਬੇਗਾਨੀਆਂ ਸਹਿ ਸਹਿ ਕੇ ਇੱਕ ਦਿਨ ਆਪੇ ਮੁੜ ਆਵੇਗਾ, ਉਸ ਨੂੰ ਜਾਪੇਗਾ ਵਾਜ ਜਿਵੇਂ ਉਹਦੀ ਠੰਡੜੀ ਮਾਰੇ ਮਾਰੀ ਹੈ। ਸੋ ਇਹਨਾਂ ਕਾਵ ਸਤਰਾਂ ਵਿੱਚ ਕਵੀ ਇਹ ਸਪਸ਼ਟ ਕਰਦਾ ਹੈ ਕਿ ਜਿਵੇਂ ਫਿਰਕੂ ਵਿਚਾਰਾਂ ਅਤੇ ਧਰਮ ਦੇ ਨਾਂ ਤੇ ਪੰਜਾਬੀ ਸਾਹਿਤਕਾਰਾਂ ਨੂੰ ਵੰਡਿਆ ਗਿਆ ਹੈ, ਮਹਾਪੁਰਸ਼ਾਂ ਵਿੱਚ ਵੰਡੀਆਂ ਪਾ ਦਿੱਤੀਆਂ ਗਈਆਂ ਹਨ, ਉਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਫਿਰਕੂ ਭਾਵਨਾਵਾਂ ਤੇ ਧਰਮ ਦੇ ਨਾਂ ਤੇ ਮਾਂ ਬੋਲੀ ਪੰਜਾਬੀ ਨੂੰ ਵੀ ਇਸ ਦੇ ਜਾਇਆਂ ਨਾਲੋਂ ਨਿਖੇੜ ਕੇ ਵੰਡ ਦਿੱਤਾ ਗਿਆ ਹੈ। ਇਸ ਕਾਵ ਟੋਟੇ ਵਿੱਚ ਕਵੀ ਮਾਂ ਬੋਲੀ ਪੰਜਾਬੀ ਨੂੰ ਕਿਸੇ ਇੱਕ ਫਿਰਕੇ ਜਾਂ ਧਰਮ ਨਾਲ ਜੋੜ ਕੇ ਇਸ ਤੋਂ ਮੂੰਹ ਮੋੜਨ ਵਾਲੇ ਇਸ ਦੇ ਪੁੱਤਰਾਂ ਨੂੰ ਨਸੀਹਤ ਦਿੰਦਾ ਹੈ ਤੇ ਸਮਝਾਉਂਦਾ ਹੋਇਆ ਲਿਖਦਾ ਹੈ ਕਿ ਜੋ ਲੋਕ ਫਿਰਕੂ ਵਿਚਾਰਾਂ ਅਧੀਨ ਆਪਣੀ ਮਾਂ ਬੋਲੀ ਨੂੰ ਅਪਣਾਉਣ ਤੋਂ ਇਨਕਾਰੀ ਹੁੰਦੇ ਹਨ ਤੇ ਇਸ ਨੂੰ ਕਿਸੇ ਇੱਕ ਫਿਰਕੇ ਦੀ ਬੋਲੀ ਕਰਾਰ ਦੇ ਕੇ ਇਸ ਤੋਂ ਪਾਸਾ ਵੱਟਦੇ ਹਨ, ਉਹ ਆਪਣੀ ਮਾਂ ਬੋਲੀ ਵਿਚਲੀ ਛਾਂ ਭਾਵ ਉਸ ਦੀ ਮਿਠਾਸ ਅਤੇ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਨ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਹਨ। ਤੇ ਇਸ ਤਰ੍ਹਾਂ ਆਪਣੀ ਮਾਂ ਬੋਲੀ ਤੋਂ ਮੁਨਕਰ ਹੋਣ ਵਾਲਾ ਜਦੋਂ ਪਰਾਈਆਂ ਬੋਲੀਆਂ, ਧੁੱਪਾਂ ਬੇਗਾਨੀਆਂ ਤੋਂ ਭਾਵ ਇੱਥੇ ਹੈ ਕਿ ਪਰਾਈਆਂ ਬੋਲੀਆਂ ਦਾ ਗੁਲਾਮ ਬਣ ਕੇ ਆਪਣੀ ਪਛਾਣ ਗਵਾ ਕੇ ਜੋ ਦੁੱਖਾਂ ਰੂਪੀ ਧੁੱਪ ਸਹਿੰਦਾ ਹੈ, ਉਸ ਨੂੰ ਸਹਿ ਕੇ ਦੁੱਖਾਂ ਨੂੰ ਸਹਿ ਕੇ ਠੋਕਰ ਖਾ ਕੇ ਉਸ ਨੂੰ ਇੱਕ ਨਾ ਇੱਕ ਦਿਨ ਆਪਣੀ ਮਾਂ ਬੋਲੀ ਦੀ ਕਦਰ, ਆਪਣੀ ਮਾਂ ਬੋਲੀ ਦੀ ਮਹੱਤਤਾ ਸਮਝ ਆ ਹੀ ਜਾਂਦੀ ਹੈ ਤੇ ਉਸ ਨੂੰ ਸਪਸ਼ਟ ਹੋ ਜਾਂਦਾ ਹੈ ਕਿ ਮਾਂ ਬੋਲੀ ਕਿਸੇ ਇੱਕ ਫਿਰਕੇ ਨਾਲ ਬੱਝੀ ਨਹੀਂ ਹੁੰਦੀ। ਇਸ ਤਰ੍ਹਾਂ ਫਿਰਕੇ ਦੇ ਆਧਾਰ ਤੇ ਮਾਂ ਬੋਲੀ ਨੂੰ ਨਕਾਰਨ ਵਾਲਾ ਅਖੀਰ ਵਿੱਚ ਪਛਤਾਉਂਦਾ ਹੈ ਤੇ ਉਸ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਸ ਦੀ ਮਾਂ ਬੋਲੀ ਰੂਪੀ ਠੰਡੜੀ ਮਾਂ ਉਸ ਨੂੰ ਪੁਕਾਰ ਰਹੀ ਹੋਵੇ, ਉਸ ਨੂੰ ਆਵਾਜ਼ਾਂ ਮਾਰ ਰਹੀ ਹੋਵੇ। ਭਾਵ ਇਹ ਕਿ ਫਿਰਕੇ ਜਾਂ ਧਰਮ ਦੇ ਨਾਂ ਤੇ ਜੋ ਮਨੁੱਖ ਆਪਣੀ ਮਾਂ ਬੋਲੀ ਨੂੰ ਤਿਰਸਕਾਰਦੇ ਹਨ, ਉਹਨਾਂ ਨੂੰ ਦੂਜੀਆਂ ਬੋਲੀਆਂ ਦੀ ਵਰਤੋਂ ਕਰਨ ਕਰਕੇ ਆਪ ਵੀ ਤਿਰਸਕਾਰ ਦਾ ਸਾਹਮਣਾ ਸਹਿਣਾ ਪੈਂਦਾ ਹੈ ਤੇ ਫਿਰ ਇਸ ਤਿਰਸਕਾਰ ਦੇ ਨਤੀਜੇ ਵਜੋਂ ਇੱਕ ਨਾ ਇੱਕ ਦਿਨ ਉਹ ਪਛਤਾਉਂਦਾ ਹੈ ਤੇ ਮੁੜ ਆਪਣੀ ਬੋਲੀ ਨੂੰ ਸਵੀਕਾਰ ਕਰ ਹੀ ਲੈਂਦਾ ਹੈ।
ਸੋ ਸਟੂਡੈਂਟਸ, ਅਸੀਂ ਅੱਜ ਉਦੋਂ ਵਾਰਿਸ ਸ਼ਾਹ ਨੂੰ ਤੋਂ ਲੈ ਕੇ ਉਹਦੀ ਠੰਡੜੀ ਮਾਂ ਨੇ ਮਾਰੀਏ ਤੱਕ ਇਸ ਕਵਿਤਾ ਦੇ ਔਖੇ ਸ਼ਬਦਾਂ ਦੇ ਅਰਥ ਡਿਸਕਸ ਕੀਤੇ ਹਨ ਤੇ ਇਸ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ। ਤੁਸੀਂ ਸਭ ਨੇ ਸੰਕੇਤ ਦੇ ਅਨੁਸਾਰ ਇਸ ਕਵਿਤਾ ਦੀ ਵਿਆਖਿਆ ਨੂੰ ਪ੍ਰਸੰਗ ਅਤੇ ਵਿਆਖਿਆ ਦੇ ਸਮੇਤ ਆਪਣੀਆਂ ਫੇਅਰ ਕਾਪੀਆਂ ਦੇ ਉੱਪਰ ਨੀਟ ਐਂਡ ਕਲੀਨ ਢੰਗ ਦੇ ਨਾਲ ਲਿਖਣਾ ਹੈ ਤੇ ਰਿਵਾਈਜ਼ ਕਰਨਾ ਹੈ। ਕਵਿਤਾ ਦੇ ਅਗਲੇ ਭਾਗ ਦੇ ਔਖੇ ਸ਼ਬਦ ਅਤੇ ਵਿਆਖਿਆ ਦੂਸਰੀ ਵੀਡੀਓ ਵਿੱਚ ਕੀਤੀ ਜਾਵੇ।